ਸੜਕਾਂ ਤੇ ਲਾਚਾਰ ਘੁੰਮਦੀਆਂ ਉਹਨਾਂ ਵਾਸਤੇ ਗਊਸ਼ਾਲਾ ਦੀ ਜਿਹੜੀ ਲੋੜ ਸੀਗੀ ਐਕਚੁਅਲੀ ਜਿਹਦੇ ਵਾਸਤੇ ਗਊਸ਼ਾਲਾ ਨਾਮ ਹੈਗਾ ਉਹ ਕਿਤੇ ਅਵੇਲੇਬਲ ਨਹੀਂ ਸੀਗੀ ਤੇ ਅਸੀਂ ਉਹ ਕੋਸ਼ਿਸ਼ ਕੀਤੀ ਕਿ ਇੱਥੇ ਆਪਾਂ ਬਣਾਈਏ। ਜਦੋਂ ਕੋਈ ਗਾਂ ਬਿਮਾਰ ਹੁੰਦੀ ਹੈ ਤੇ ਉਹ ਇਸ ਨੰਬਰ ਦੇ ਨਾਲ ਪਛਾਣੀ ਜਾਂਦੀ ਹੈ। ਸਾਡੇ ਡਾਕਟਰ ਸਾਹਿਬ ਜਿਹੜੇ ਸਾਡੇ ਕੋਲ ਵੈਟ ਨੇ ਉਹ ਇਸ ਨੰਬਰ ਦੇ ਹਿਸਾਬ ਨਾਲ ਗਾਂ ਦਾ ਇਲਾਜ ਕਰਦੇ ਆ। ਜਿਹੜਾ ਔਰੇਂਜ ਟੈਗ ਹੈ ਉਹ ਮੇਲ ਕਾਊਜ਼ ਵਾਸਤੇ ਹੈ ਤੇ ਜਿਹੜਾ ਗ੍ਰੀਨ ਹੈ ਉਹ ਫੀਮੇਲ ਵਾਸਤੇ। ਤੇ ਇੱਕ ਗਾਂ ਦਾ ਇੱਕ ਦਿਨ ਦਾ ਸਿਰਫ 100 ਰੁਪਇਆ ਖਰਚਾ। ਸਾਡਾ ਇੱਥੇ ਆਏ ਸਾਡਾ ਪ੍ਰੋਜੈਕਟ ਦੇਖੇ ਉਹਨੂੰ ਚੰਗਾ ਲੱਗਦਾ ਦਿਲੋਂ ਹੀ ਦੇ ਦਿੰਦਾ ਸੀ। ਕੋਈ ਮਾੜਾ ਬੰਦਾ ਚਾਹੁੰਦਾ ਹੀ ਨਹੀਂ ਸਾਡੇ ਨਾਲ ਐਸੋਸੀਏਟ ਹੋਵੇ ਜਾਂ ਕੋਈ ਸਾਡੇ ਕਰਕੇ ਦੇ ਰਿਹਾ ਪ੍ਰੋਜੈਕਟ ਉਹਨੂੰ ਚੰਗਾ ਲੱਗਦਾ ਆ ਕੇ ਇੱਥੇ ਡੋਨੇਟ ਕਰ ਸਕਦਾ। ਨਹੀਂ ਤਾਂ ਫਿਰ ਜਿਹੜੀ ਸਮਾਨ ਚਾਹੀਦਾ ਉਹ ਸਾਨੂੰ ਸਮਾਨ ਵੀ ਲੈ ਕੇ ਆ ਕੇ ਇੱਥੇ ਲੋਕ ਦੇ ਰਹੇ ਆ ਕਿ ਜਦੋਂ ਰੋਜ਼ ਆਏਗਾ ਉਹਦਾ ਇੱਕ ਪਰਸਨਲ ਬੌਂਡ ਬਣੇਗਾ। ਇਹੀ ਗਾਂ ਨੂੰ ਇੱਥੇ ਫੈਮਿਲੀ ਦੇ ਤਰੀਕੇ ਪਾਲ ਰਹੇ ਆ ਤੇ ਉਹ ਚੀਜ਼ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਖਾਣਾ ਵਿੱਚ ਐਡ ਹੋਣਾ ਇਕੁਅਲੀ ਇੰਪੋਰਟੈਂਟ ਹੈ। ਨਮਕ ਵੀ ਇਕੁਅਲੀ ਇੰਪੋਰਟੈਂਟ ਹੈ ਜਿਹੜਾ ਕਿ ਨਾਰਮਲੀ ਲੋਕ ਮਿਸ ਆਊਟ ਕਰ ਜਾਂਦੇ ਨੇ। ਸ਼ੁਰੂ ਹੋਇਆ ਜੀ ਅਸੀਂ ਇੱਕ ਗਊਸ਼ਾਲਾ ਆਲਰੇਡੀ ਚਲਾ ਰਹੇ ਹਾਂ ਮਹਾਰਾਸ਼ਟਰ ਦੇ ਵਿੱਚ ਚਲਾ ਰਹੇ ਹਾਂ। ਉੱਥੇ ਤਕਰੀਬਨ 125 ਗਾਵਾਂ ਉੱਥੇ ਹੈਗੀਆਂ। ਰਾਏਗੜ੍ਹ ਵੀ ਸਾਡੀ ਕਿਸੇ ਨਾਲ ਗੱਲ ਚੱਲ ਰਹੀ ਹੈ ਉਹ ਕੋਈ ਸਾਨੂੰ ਜ਼ਮੀਨ ਡੋਨੇਟ ਕਰ ਰਿਹਾ। ਸਾਡੇ ਸਮਾਜ ਦੇ ਵਿੱਚ ਗਾਂ ਦੀ ਬਹੁਤ ਮਹੱਤਤਾ ਹੈ। ਅਗਰ ਗਾਵਾਂ ਦੀ ਗੱਲ ਕਰੀਏ ਤਾਂ ਕਈ ਇਸ ਨੂੰ ਧਾਰਮਿਕ ਦ੍ਰਿਸ਼ਟੀ ਨਾਲ ਵੀ ਦੇਖਦੇ ਨੇ। ਅਗਰ ਗਾਂ ਦੇ ਦੁੱਧ ਦੀ ਗੱਲ ਕਰੀਏ ਤਾਂ ਗਾਂ ਦਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਇਸ ਗਊ ਮਾਤਾ ਨੂੰ ਸੜਕਾਂ 'ਤੇ ਸੁੱਟ ਦਿੰਦੇ ਨੇ। ਉਹ ਅਬੈਂਡਨ ਹੋ ਜਾਂਦੀਆਂ ਨੇ, ਉਹਨਾਂ ਦੀ ਸਾਂਭ ਸੰਭਾਲ ਕੋਈ ਨਹੀਂ ਕਰਦਾ ਔਰ ਕਈ ਵਾਰ ਉਹ ਐਕਸੀਡੈਂਟ ਦਾ ਕਾਰਨ ਵੀ ਬਣਦੀਆਂ ਨੇ। ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਜਗ੍ਹਾ 'ਤੇ ਲੈ ਕੇ ਆਏ ਹਾਂ ਜਿੱਥੇ ਕਿ ਇੱਕ ਗਾਵਾਂ ਦੀ ਸੇਵਾ ਕੀਤੀ ਜਾਂਦੀ ਹੈ। ਜੀ ਹਾਂ, ਉਹ ਵਿਅਕਤੀ ਜਿਸ ਨੇ ਕਿ ਨਿਸਵਾਰਥ ਹੋ ਕੇ ਆਪਣੇ ਇਸ ਗਾਂ ਦੇ ਸ਼ੈੱਡ ਨੂੰ ਚਲਾਉਂਦਾ ਹੈ ਤੇ 260 ਗਾਵਾਂ ਦੀ ਸੇਵਾ ਉਹਨਾਂ ਵੱਲੋਂ ਮੁਫਤ ਕੀਤੀ ਜਾ ਰਹੀ ਹੈ। ਤੁਸੀਂ ਇਸ ਵੇਲੇ ਜਿਸ ਸ਼ੈੱਡ 'ਚ ਦੇਖ ਰਹੇ ਹੋਗੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਇੱਕ ਬਹੁਤ ਵੱਡਾ ਡੇਅਰੀ ਫਾਰਮ ਹੋਏਗਾ ਜਿੱਥੇ ਕਿ ਬਹੁਤ ਸਾਰੀਆਂ ਗਾਵਾਂ ਨੇ। ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਹ ਗਾਵਾਂ ਨੇ ਜਿਹੜਾ ਕਿ ਸਮਾਜ ਦੇ ਲੋਕ ਜਿਹੜੇ ਇਹਨਾਂ ਨੂੰ ਸੜਕਾਂ 'ਤੇ ਸੁੱਟ ਦਿੰਦੇ ਨੇ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਕੋਈ ਨਹੀਂ ਹੁੰਦਾ। ਲੇਕਿਨ ਸਾਡੇ ਸਮਾਜ ਦੇ ਇੱਕ ਸ਼ਖਸ ਨੇ ਸਰਦਾਰ ਸੁਖ ਅੰਮ੍ਰਿਤ ਜੀ ਜੋ ਕਿ ਆਪਣੀ ਜੀਵਨ ਦੇ ਵਿੱਚ ਇੱਕ ਆਪਣੀ ਜ਼ਿੰਦਗੀ ਦਾ ਹਿੱਸਾ ਇਹਨਾਂ ਅਬੈਂਡਨਡ ਗਾਵਾਂ ਨੂੰ ਦੇ ਚੁੱਕੇ ਨੇ। ਤਾਂ ਇਹ ਕਿਉਂ ਉਹਨਾਂ ਦੀ ਰੀਚ ਸ਼ੁਰੂ ਹੋਈ, ਕਿਵੇਂ ਸਫ਼ਰ ਸ਼ੁਰੂ ਹੋਇਆ, ਤੁਹਾਡੇ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ। ਸਰ ਕਿਸ ਤਰ੍ਹਾਂ ਮਤਲਬ ਕੀ ਹੈ ਕਿ ਕਨਸੈਪਟ ਕੀ ਹੈ ਤੁਹਾਡਾ? ਸਭ ਤੋਂ ਪਹਿਲੇ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ। ਇਹ ਸਰ ਸ਼ੁਰੂ ਇਸ ਕਰਕੇ ਕੀਤਾ ਹੈਗਾ ਬਿਕੋਜ਼ ਇਸ ਚੀਜ਼ ਦੀ ਸੁਸਾਇਟੀ ਦੇ ਵਿੱਚ ਲੋੜ ਸੀਗੀ। ਤੁਸੀਂ ਜਿੰਨੀ ਵੀ ਗਊਸ਼ਾਲਾ ਜਾਂਦੇ ਹੋ ਇਸ ਵੇਲੇ ਉਹ ਕਿਤੇ ਨਾ ਕਿਤੇ ਡੇਅਰੀ ਫਾਰਮ ਬਣ ਗਈ ਹੈ। ਉੱਥੇ ਗਾਵਾਂ ਦਾ ਦੁੱਧ ਵੀ ਲਿਆ ਜਾ ਰਿਹਾ ਹੈ, ਗਾਵਾਂ ਨੂੰ ਆਰਟੀਫਿਸ਼ੀਅਲੀ ਇਨਸੈਮੀਨੇਟ ਵੀ ਕੀਤਾ ਜਾ ਰਿਹਾ, ਇਹਦਾ ਮਤਲਬ ਪ੍ਰੈਗਨੈਂਟ ਵੀ ਕੀਤਾ ਜਾ ਰਿਹਾ ਤੇ ਉਹਨਾਂ ਦਾ ਦੁੱਧ ਗਾਂ ਸੇਲ ਵੀ ਕੀਤਾ ਜਾ ਰਿਹਾ। ਤੇ ਜਿਹੜਾ ਪਰਪਸ ਹੈ ਗਊਸ਼ਾਲਾ ਦਾ ਉਹ ਇਸ ਚੀਜ਼ ਵਾਸਤੇ ਹੈ ਕਿ ਜਿਹੜੀ ਗਾਂ ਬੂढ़ी ਹੈ, ਬਿਮਾਰ ਹੈ ਜਾਂ ਬਜ਼ੁਰਗ ਹੈ ਜਾਂ ਬੇਸਹਾਰਾ ਜਿਹਨੂੰ ਕਹਿ ਸਕਦੇ ਹਾਂ, ਸੜਕਾਂ ਤੇ ਲਾਚਾਰ ਘੁੰਮਦੀਆਂ ਉਹਨਾਂ ਵਾਸਤੇ ਗਊਸ਼ਾਲਾ ਦੀ ਜਿਹੜੀ ਲੋੜ ਸੀਗੀ ਐਕਚੁਅਲੀ ਜਿਹਦੇ ਵਾਸਤੇ ਗਊਸ਼ਾਲਾ ਨਾਮ ਹੈਗਾ ਉਹ ਕਿਤੇ ਅਵੇਲੇਬਲ ਨਹੀਂ ਸੀਗੀ ਤੇ ਅਸੀਂ ਉਹ ਕੋਸ਼ਿਸ਼ ਕੀਤੀ ਕਿ ਇੱਥੇ ਆਪਾਂ ਬਣਾਈਏ। ਕਿੰਨੀਆਂ ਗਾਵਾਂ ਨੇ ਤੁਹਾਡੇ ਕੋਲ ਸਰ ਇਹਦੇ ਵਿੱਚ? ਇਸ ਵੇਲੇ 260 ਹੈਗੀਆਂ ਜੀ ਸਾਡੇ ਕੋਲ। ਅੱਛਾ, 260 ਗਾਵਾਂ ਨੇ। ਤੇ ਇਹ ਸਰ ਇਹਨਾਂ ਦੀ ਕੋਈ ਏਜ ਲਿਮਿਟ ਵੀ ਹੈ ਕਿਉਂਕਿ ਦੇਖ ਰਹੇ ਹਾਂ ਕੋਈ ਵੱਡੀਆਂ ਨੇ ਕੋਈ ਛੋਟੀਆਂ ਨੇ? ਸਰ ਦੇਖੋ ਆਪਾਂ ਜਦੋਂ ਗੱਲ ਕਰਦੇ ਹਾਂ ਨਾ ਕਿ ਰੈਸਕਿਊ ਕਰਨ ਜਾਂਦੇ ਹਾਂ ਇੱਥੇ ਜਿੰਨੀ ਵੀ ਗਾਵਾਂ ਹੈਗੀਆਂ 100% ਰੈਸਕਿਊ ਨੇ। ਜੇ ਕੋਈ ਬੱਚਾ ਵੀ ਬਿਮਾਰ ਹੈ ਜਾਂ ਜਿਹਨੂੰ ਸੱਟਾਂ ਲੱਗੀਆਂ ਤੇ ਸਾਨੂੰ ਉਸ ਵੇਲੇ ਉਹ ਰੈਸਕਿਊ ਕਰਨਾ ਪੈ ਜਾਂਦਾ। ਤੇ ਏਜ ਦੀ ਜੇ ਤੁਸੀਂ ਗੱਲ ਕਰੋ ਤੇ ਇੱਕ ਗਾਂ ਡੇਅਰੀ ਫਾਰਮ ਤੋਂ ਤਕਰੀਬਨ 8 ਤੋਂ 10 ਸਾਲ ਦੀ ਉਮਰ ਦੇ ਵਿੱਚ ਕੱਢੀ ਜਾਂਦੀ ਹੈ। ਤੇ ਜਦੋਂ ਗਾਂ ਨੂੰ ਕੱਢਿਆ ਜਾਂਦਾ ਤੁਸੀਂ ਇੱਕ ਚੀਜ਼ ਹਿਸਾਬ ਲਾਓ, ਇੱਕ ਗਾਂ ਜਿਹਦਾ ਜੋ ਪੈਦਾ ਹੀ ਡੇਅਰੀ ਫਾਰਮ ਦੇ ਵਿੱਚ ਹੋਈ ਹੈ 8 ਤੋਂ 10 ਸਾਲ ਇੱਕ ਕਮਰੇ 'ਚ ਰਹੀ ਹੈ, ਉਸ ਤੋਂ ਬਾਅਦ ਦੁੱਧ ਕੱਢਿਆ ਗਿਆ ਜਾਂ ਬੱਚੇ ਪੈਦਾ ਉਸ ਤੋਂ ਕਰਾਏ ਗਏ, ਉਸ ਤੋਂ ਬਾਅਦ ਉਹਨੂੰ ਸੜਕਾਂ 'ਤੇ ਸੁੱਟ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਖਾਣਾ ਆਪ ਕਰੋ। ਤੇ ਉਸ ਵੇਲੇ ਮੈਂ ਤੁਹਾਡਾ ਮਤਲਬ ਆਪਾਂ ਉਸ ਵੇਲੇ ਇਸ ਪਿਕਚਰ ਦੇ ਵਿੱਚ ਆਉਂਦੇ ਹਾਂ ਤੇ ਆਪਾਂ ਉਦੋਂ ਇਹ ਗਾਂ ਨੂੰ ਇੱਥੇ ਰੈਸਕਿਊ ਕਰਕੇ ਲੈ ਕੇ ਆਉਂਦੇ ਹਾਂ। ਟੈਗਿੰਗ ਦੇਖ ਰਹੇ ਹਾਂ ਇੱਕ ਆਪਾਂ ਗ੍ਰੀਨ ਕਲਰ ਦੀ ਜਿਹੜੀ ਟੈਗਿੰਗ ਹੈ ਕੀ ਹੈ? ਬੇਸਿਕਲੀ ਟੈਗਸ ਅਸੀਂ ਦੋ ਤਰ੍ਹਾਂ ਦੇ ਲਾਉਂਦੇ ਹਾਂ। ਗ੍ਰੀਨ ਕਲਰ ਦਾ ਟੈਗ ਹੈ ਫੀਮੇਲ ਗਾਂ ਨੂੰ ਲਾਇਆ ਜਾਂਦਾ। ਤੁਸੀਂ ਇੱਕ ਚੀਜ਼ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹਨੂੰ ਯੂਨੀਕ ਨੰਬਰ ਵੀ ਦਿੱਤਾ, ਇਹਦਾ 183 ਹੈ, ਇਹਦਾ 024 ਹੈ। ਇਹ ਯੂਨੀਕ ਨੰਬਰ ਦੇ ਨਾਲ ਜਿਸ ਤਰ੍ਹਾਂ ਇਹੀ ਸਾਡੇ ਵਾਸਤੇ ਸਾਰੀ ਗਾਵਾਂ ਨੂੰ ਨਾਮ ਦੇਣਾ ਮੁਸ਼ਕਿਲ ਹੈ, ਉਹਨਾਂ ਨੂੰ ਪਛਾਣਨਾ ਵੀ ਮੁਸ਼ਕਿਲ ਹੈ। ਜਦੋਂ ਕੋਈ ਗਾਂ ਬਿਮਾਰ ਹੁੰਦੀ ਹੈ ਤੇ ਉਹ ਇਸ ਨੰਬਰ ਦੇ ਨਾਲ ਪਛਾਣੀ ਜਾਂਦੀ ਹੈ। ਸਾਡੇ ਡਾਕਟਰ ਸਾਹਿਬ ਜਿਹੜੇ ਸਾਡੇ ਕੋਲ ਵੈਟ ਨੇ ਉਹ ਇਸ ਨੰਬਰ ਦੇ ਹਿਸਾਬ ਨਾਲ ਗਾਂ ਦਾ ਇਲਾਜ ਕਰਦੇ ਆ। ਜਿਹੜਾ ਔਰੇਂਜ ਟੈਗ ਹੈ ਉਹ ਮੇਲ ਕਾਊਜ਼ ਵਾਸਤੇ ਹੈ ਤੇ ਜਿਹੜਾ ਗ੍ਰੀਨ ਹੈ ਉਹ ਫੀਮੇਲ ਵਾਸਤੇ। ਤੇ ਤੁਸੀਂ ਇੱਥੇ ਵਾੜੇ ਤੇ ਦੇਖੋਗੇ ਤੁਹਾਨੂੰ ਔਰੇਂਜ ਟੈਗ ਹੈ ਜੀ। ਇਹ ਜਿਹੜੇ ਮੇਲ ਹੈ ਇਹ ਸਾਰੇ, ਇਹ ਮਾੜਾ ਹੀ ਜਿਹੜਾ ਵਾੜਾ ਹੈ ਇਹ ਸਾਰਾ ਮੇਲ ਕਾਊਜ਼ ਵਾਸਤੇ ਆਪਾਂ ਬਣਾਇਆ ਜੀ। ਤੇ ਸਰ ਇਹ ਆਖਿਰਕਾਰ ਫਿਰ ਕਿਵੇਂ ਤੁਹਾਡੇ ਮਨ ਚ ਆਇਆ ਕਿ ਇਹਨਾਂ ਦੀ ਸੇਵਾ ਜ਼ਰੂਰੀ ਹੈ? ਇਹ ਓਪਰਚੁਨਿਟੀ ਸੀਗੀ। ਇਹ ਜਿਹੜੀ ਗਊਸ਼ਾਲਾ ਹੈਗੀ ਆ
ਇਹ ਬੇਸਿਕਲੀ ਮਿਊਨਿਸਪਲ ਕਾਰਪੋਰੇਸ਼ਨ ਦੀ ਜ਼ਮੀਨ ਹੈ। ਮਿਊਨਿਸਪਲ ਕਾਰਪੋਰੇਸ਼ਨ ਇੱਥੇ ਕੰਸਟਰਕਸ਼ਨ ਕਰਕੇ ਦਿੱਤੀ ਹੈ, ਲੇਕਿਨ ਉਹ ਇੱਕ ਜੈਨੂਇਨ ਗਊਸ਼ਾਲਾ ਨੂੰ ਮੈਂ ਕਹਿ ਸਕਦਾ NGO ਨੂੰ ਲੱਭ ਰਹੇ ਸੀਗੇ ਜਿਹੜੀ ਜੈਨੂਇਨਲੀ ਇਸ ਤਰੀਕੇ ਇਹਨੂੰ ਚਲਾਏ ਕਿ ਜਿਹੜਾ ਪਰਪਸ ਹੈ ਫੁੱਲਫਿਲ ਕੀਤਾ ਜਾਏ। ਤੇ ਜਦੋਂ ਸਾਨੂੰ ਪਤਾ ਲੱਗਾ ਇਸ ਚੀਜ਼ ਦੇ ਬਾਰੇ ਤੇ ਅਸੀਂ ਪਹੁੰਚ ਗਏ ਉੱਥੇ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਨੇ ਸਾਡੀ ਜਿਹੜਾ ਪਰਪਸ ਮੈਂ ਕਹਾਂਗਾ ਮੇਨ ਪਰਪਸ ਦੇਖ ਕੇ ਉਹਨਾਂ ਨੇ ਸਾਨੂੰ ਇਹ ਗਊਸ਼ਾਲਾ ਅਲਾਟ ਕੀਤੀ ਸੀ। ਕਿੰਨੀਆਂ ਗਊਆਂ ਤੁਸੀਂ ਦੱਸਿਆ ਜੀ? 260 ਹੈਗੀਆਂ। ਤੇ ਸਰ ਫਿਰ ਇਹਨਾਂ ਦਾ ਖਰਚਾ ਕਿਵੇਂ ਕਰਦੇ ਹੋ ਤੁਸੀਂ? ਦੇਖੋ ਆਮ ਬੰਦਾ ਸੋਚਦਾ ਕਿ ਗਾਂ ਦਾ ਖਰਚਾ ਬਹੁਤ ਜ਼ਿਆਦਾ ਹੋਏਗਾ। ਅਸੀਂ ਗਊਸ਼ਾਲਾ ਚਲਾ ਰਹੇ ਹਾਂ ਤੇ ਇੱਕ ਚੀਜ਼, ਇਹ ਗਾਵਾਂ ਖਾਣਾ ਵੀ ਘੱਟ ਖਾਂਦੀਆਂ ਕਿਉਂਕਿ ਇਹਨਾਂ ਦੇ ਸਟਮਕ ਦੇ ਵਿੱਚ ਪਲਾਸਟਿਕ ਹੈ। ਅਸੀਂ ਰੈਸਕਿਊ ਕੀਤਾ ਹੋਇਆ, ਸਟਮਕ ਜੇ ਇੰਨਾ ਕੁ ਹੈ ਉਹਦੇ 'ਚ ਅੱਧਾ ਜੇ ਪਲਾਸਟਿਕ ਦੇ ਨਾਲ ਭਰਿਆ ਤੇ ਬਾਕੀ ਖਾਣਾ ਤੇ ਉਹਨਾਂ ਕੀ ਆਏਗਾ ਨਾ ਜੀ। ਤੇ ਉਹਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਤੇ ਇੱਕ ਗਾਂ ਦਾ ਇੱਕ ਦਿਨ ਦਾ ਖਰਚਾ ਜਿਹਦੇ 'ਚ ਉਹਦੇ ਖਾਣ ਪੀਣ ਦਾ, ਮੈਡੀਸਨ ਦਾ, ਪੈਰਾਵੈਟ ਦਾ ਖਰਚਾ, ਵੈਟ ਦਾ ਖਰਚਾ, ਇੱਥੇ ਜਿੰਨੇ ਸੇਵਾਦਾਰ ਨੇ ਉਹਨਾਂ ਦਾ ਖਰਚਾ, ਜਿੰਨੀ ਥਾਂ ਹੈ ਤਕਰੀਬਨ 7000 ਗੱਜ ਹੈ, ਉਹਦੀ ਮੇਨਟੇਨੈਂਸ ਅਪਕੀਪ ਦਾ ਵੀ ਮੈਂ ਖਰਚਾ ਪਾਵਾਂ ਤੇ ਇੱਕ ਗਾਂ ਦਾ ਇੱਕ ਦਿਨ ਦਾ ਸਿਰਫ 100 ਰੁਪਿਆ ਖਰਚਾ, ਸਾਰਾ ਕੁਝ ਪਾ ਕੇ। ਆਮ ਬੰਦੇ ਸੋਚਦੇ ਪਤਾ ਨਹੀਂ ਕਿੰਨਾ ਜ਼ਿਆਦਾ, ਐਕਚੁਅਲੀ ਇੰਨਾ ਹੈ ਹੀ ਨਹੀਂ। ਜੇ ਤੁਸੀਂ ਬੇਸਿਕ ਡਾਈਟ ਇੱਕ ਗਾਂ ਨੂੰ ਪ੍ਰੋਵਾਈਡ ਕਰ ਰਹੇ ਹੋ, 100 ਰੁਪਿਆ ਇੱਕ ਗਾਂ ਦਾ ਇੱਕ ਦਿਨ ਦਾ, ਜੇ 260 ਗਾਵਾਂ ਨੇ ਤੇ ਇੱਕ ਦਿਨ ਦਾ 26000 ਦਾ, ਤੇ ਇੱਕ ਮਹੀਨੇ ਦਾ ਤਕਰੀਬਨ 7.5 ਤੋਂ ਪੌਣੇ 8 ਲੱਖ ਦੇ ਵਿੱਚ ਖਰਚਾ ਆਉਂਦਾ। ਤੇ ਫਿਰ ਹਾਊ ਯੂ ਮੈਨੇਜ ਆਲ ਦਿਸ ਥਿੰਗਸ? ਦੇਖੋ ਵੈਸੇ ਤੇ ਸਾਡੇ ਨਾਲ ਹੁਣ ਲੋਕ ਜੁੜ ਰਹੇ, ਹੌਲੀ ਹੌਲੀ ਜੁੜ ਰਹੇ। ਅਸੀਂ ਕਿਸੇ ਨੂੰ ਪੈਸੇ ਦੀ ਅਪੀਲ ਨਹੀਂ ਕਰੀਦੀ। ਜੇ ਕੋਈ ਸਾਡਾ ਇੱਥੇ ਆਏ, ਸਾਡਾ ਪ੍ਰੋਜੈਕਟ ਦੇਖੇ, ਉਹਨੂੰ ਚੰਗਾ ਲੱਗਦਾ ਦਿਲੋਂ ਹੀ ਦੇ ਦਿੰਦਾ। ਅਸੀਂ ਕੋਈ ਮਾੜਾ ਬੰਦਾ ਚਾਹੁੰਦਾ ਹੀ ਨਹੀਂ ਸਾਡੇ ਨਾਲ ਐਸੋਸੀਏਟ ਹੋਵੇ ਜਾਂ ਕੋਈ ਸਾਡੇ ਕਰਕੇ ਦੇ ਰਿਹਾ ਪ੍ਰੋਜੈਕਟ। ਉਹਨੂੰ ਚੰਗਾ ਲੱਗਦਾ ਆ ਕੇ ਇੱਥੇ ਡੋਨੇਟ ਕਰ ਸਕਦਾ, ਨਹੀਂ ਤਾਂ ਫਿਰ ਜਿਹੜੀ ਸਮਾਨ ਚਾਹੀਦਾ ਉਹ ਸਾਨੂੰ ਸਮਾਨ ਵੀ ਲੈ ਕੇ ਆ ਕੇ ਇੱਥੇ ਲੋਕ ਦੇ ਰਹੇ ਆ। ਬਾਕੀ ਜਿਹੜਾ ਪੂਰਾ ਨਹੀਂ ਹੋ ਪਾਉਂਦਾ ਖਰਚਾ ਹੀ ਕੋਲੋਂ ਦਿੰਦੇ ਆ ਜੀ। ਬਿਲਕੁਲ ਕੋਲੋਂ ਕਰ ਰਹੇ ਹੋ? ਬਾਕੀ ਹੀ ਕੋਲੋਂ ਕਰਦੇ ਆ, ਲੇਕਿਨ 2 ਮਹੀਨੇ ਤੋਂ ਕੋਲੋਂ ਨਹੀਂ ਦਿੱਤੇ ਸਾਨੂੰ ਆ ਰਹੇ ਜੀ। ਜੀ। ਤਾਂ ਇੱਕ ਹੋਰ ਚੀਜ਼ ਦੱਸਿਆ ਜਾਂਦਾ ਹੈ ਕਿ ਤੁਸੀਂ ਗਾਵਾਂ ਅਡਾਪਟ ਵੀ ਕਰਾ ਦਿੰਦੇ ਹੋ। ਅਗਰ ਕਿਸੇ ਬੰਦੇ ਨੇ ਗਾਂ ਦੀ ਸੇਵਾ ਕਰਨੀ ਹੈ ਤਾਂ ਗਾਵਾਂ ਅਡਾਪਟ ਵੀ ਕਰਾਈਆਂ ਜਾਂਦੀਆਂ? ਬਿਲਕੁਲ ਜੀ। ਜੇ ਤੁਸੀਂ ਦੇਖੋ ਤੇ ਇੱਕ ਗਾਂ ਦਾ ਇੱਕ ਦਿਨ ਦਾ ਖਰਚਾ 100 ਰੁਪਇਆ, ਇੱਕ ਮਹੀਨੇ ਦਾ ਖਰਚਾ 3000 ਹੈ, ਤੇ ਸਾਲ ਦਾ ਕਹਿ ਦੇਣਾ 36000 ਰੁਪਏ ਇੱਕ ਗਾਂ ਦਾ ਖਰਚਾ। ਤੇ ਜੇ ਕੋਈ ਇਹ ਖਰਚਾ ਬੇਅਰ ਕਰਨ ਨੂੰ ਤਿਆਰ ਹੈ ਤੇ ਕੋਈ ਵੀ ਗਾਂ ਆ ਕੇ ਚੂਜ਼ ਕਰ ਸਕਦਾ, ਜੇ ਉਹਨਾਂ ਨੂੰ ਚੰਗੀ ਲੱਗਦੀ ਹੈ ਉਹਦੇ ਤੇ ਗੱਲ ਤੇ ਟੈਗ ਵੀ ਉਹ ਪਾ ਸਕਦਾ, ਉਹਨੂੰ ਨਾਮ ਵੀ ਦੇ ਸਕਦਾ। ਸਭ ਤੋਂ ਵਧੀਆ ਚੀਜ਼, ਜੇ ਗਾਂ ਨੂੰ ਰੋਜ਼ ਆ ਕੇ ਮਿਲੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ। ਖੁਸ਼ੀ ਹੋਏਗੀ ਸਭ ਤੋਂ ਜ਼ਿਆਦਾ, ਕਿਉਂਕਿ ਜਦੋਂ ਰੋਜ਼ ਆਏਗਾ ਉਹਦਾ ਇੱਕ ਪਰਸਨਲ ਬੌਂਡ ਬਣੇਗਾ। ਇਹੀ ਗਾਂ ਨੂੰ ਇੱਥੇ ਫੈਮਿਲੀ ਦੇ ਤਰੀਕੇ ਪਾਲ ਰਹੇ ਆ ਤੇ ਉਹ ਚੀਜ਼ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਮੈਂ ਸਮਝਦਾ। ਇਹ ਸਭ ਸਰ ਅਬੈਂਡਨਡ ਗਾਵਾਂ ਨੇ, ਮਤਲਬ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਦੁਧਾਰੂ ਨਹੀਂ ਨੇ ਨਾ। ਕੋਈ ਗਾਂ ਦੁੱਧ ਨਹੀਂ ਦਿੰਦੀ। ਇੱਕ ਗਾਂ ਨੂੰ ਡੇਅਰੀ ਫਾਰਮ ਤੋਂ ਕੱਢਿਆ ਹੀ ਉਦੋਂ ਬਾਹਰ ਜਾਂਦਾ, ਜਾਂ ਉਹ ਬੱਚੇ ਨਹੀਂ ਪੈਦਾ ਕਰ ਸਕਦੀ, ਜਾਂ ਉਹ ਦੁੱਧ ਨਹੀਂ ਦੇ ਸਕਦੀ, ਜਾਂ ਉਹਦੀ ਦੁੱਧ ਇੱਕ ਜਿਹੜਾ ਫਲੋ ਹੈ ਉਹ ਇੰਨਾ ਘੱਟ ਹੈ ਕਿ ਉਹ ਉੱਤੇ ਇੱਕ ਲਾਇਬਿਲਿਟੀ ਬਣ ਗਿਆ, ਉਹਦਾ ਅਸੈਟ ਨਹੀਂ ਰਿਹਾ, ਉਹਨੂੰ ਪੈਸੇ ਨਹੀਂ ਬਚਦੇ, ਪੈਸੇ ਜਾਂਦੇ ਤਾਂ ਉਹ ਗਾਂ ਨੂੰ ਬਾਹਰ ਛੱਡ ਦਿੰਦਾ। ਸ਼ੈੱਡ ਦੇ ਬਾਰੇ ਗੱਲ ਕਰੀਏ, ਸ਼ੈੱਡ ਕਿਵੇਂ ਫਿਰ ਮੇਨਟੇਨ ਕੀਤਾ, ਕੀ ਚੀਜ਼ਾਂ ਨੇ ਇਹਦੇ ਵਿੱਚ? ਕਿਉਂਕਿ ਅਸੀਂ ਦੇਖ ਰਹੇ ਹਾਂ ਬਹੁਤ ਵੱਡਾ ਸ਼ੈੱਡ ਹੈ। ਇੱਕ ਹੋਰ ਇੱਕ ਬੋਰਡ ਵੀ ਤੁਹਾਨੂੰ ਪੜਾਵਾਂਗੇ ਅਸੀਂ। ਸਭ ਤੋਂ ਪਹਿਲੇ ਆਪਣੇ ਕੈਮਰੇ ਦੀ ਨਜ਼ਰ 'ਚ ਬਿਮਾਰ ਅਤੇ ਜ਼ਖਮੀ ਜਾਨਵਰਾਂ ਵਾਸਤੇ ਸਰ ਇਹ ਕੀ ਕਨਸੈਪਟ ਹੈ ਜੀ? ਬੇਸਿਕਲੀ SPCA ਹੈਗੀ, ਸੋਸਾਇਟੀ ਫॉर ਪ੍ਰੀਵੈਂਸ਼ਨ ਆਫ ਕਰੂਅਲਟੀ ਟੂ ਐਨੀਮਲਸ ਜੀ। ਇਹਦੇ ਜਿਹੜੇ ਚੇਅਰਮੈਨ ਨੇ DC ਨੇ, ਤੇ ਉਹਦਾ ਇਨਫਰਮਰੀ ਵੀ ਆਪਾਂ ਇੱਥੇ ਬਣਾਈ ਹੈ। ਤੇ ਸ਼ਹਿਰ ਦੇ ਵਿੱਚ ਕੋਈ ਵੀ ਗਾਂ ਰੈਸਕਿਊ ਜਿਹੜੀ ਕੀਤੀ ਜਾਂਦੀ, ਜ਼ਖਮੀ ਗਾਂ ਜਾਂ ਕੋਈ ਵੀ ਗਾਂ ਜਿਹਦਾ ਐਕਸੀਡੈਂਟਲ ਕੇਸ ਹੈ, ਪੂਰੇ ਸ਼ਹਿਰ 'ਚ ਇੱਥੇ ਹੀ ਆਉਂਦੀ ਹੈ। ਇੱਥੇ ਆਉਂਦੀ ਹੈ ਸਭ ਤੋਂ ਪਹਿਲਾਂ ਗਾਂ ਇੱਥੇ ਹੀ ਆਏਗੀ, ਇੱਥੇ ਉਹਦਾ ਇਲਾਜ ਬੇਸਿਕ ਕੀਤਾ ਜਾਏਗਾ। ਜੇ ਗਾਂ ਹੀਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਰਪੋਰੇਸ਼ਨ ਸਾਡੀ ਇੰਨੀ ਵੀ ਹੈਲਪ ਕਰਦੀ ਕਿ ਕਿਸੇ ਹੋਰ ਗਊਸ਼ਾਲਾ ਜਿਹੜੀ ਕੋਈ ਗਾਂ ਨੂੰ ਲੈਣਾ ਚਾਹੁੰਦੀ ਲੈ ਸਕਦੀ ਹੈ, ਨਹੀਂ ਤਾਂ ਅਦਰਵਾਈਜ਼ ਉਹ ਗਾਂ ਇੱਥੇ ਹੀ ਰਹਿੰਦੀ ਹੈ। ਬਿਲਕੁਲ। ਤਾਂ ਤਸਵੀਰਾਂ ਤਾਂ ਦਿਖਾ ਰਹੇ ਤਾਂ ਸਰ ਇਸ ਸ਼ੈੱਡ ਦੇ ਵਿੱਚ ਵੱਖਰੇ ਵਾਰਡ ਬਣਨੇ ਕੀ ਹੈ? ਅਸੀਂ ਦੇਖੋ ਡਿਵਾਈਡ ਕੀਤੇ ਹੋਏ ਆ, ਕੋਈ ਏਜ ਕਰਕੇ ਡਿਵਾਈਡ ਕੀਤਾ ਹੈ, ਕੋਈ ਆਪਾਂ ਨੰਬਰਿੰਗ ਕਰਕੇ ਡਿਵਾਈਡ ਕੀਤਾ। ਇੱਕ ਵਾੜਾ ਆਪਾਂ ਬਣਾਇਆ ਜਿਹਦੇ ਵਿੱਚ ਗਾਂ ਅਡਾਪਟਡ ਹੈਗੀਆਂ, ਜਿਹੜੇ ਤੁਹਾਡੇ ਨਾਲ ਆਪਾਂ ਦੱਸ ਰਹੀ ਜਿਹੜੀ ਆਪਾਂ ਸਕੀਮ ਤੁਸੀਂ ਕਹਿ ਸਕਦੇ ਹੋ ਚਲਾਈ ਹੈ, ਉਸ ਹਿਸਾਬ ਨਾਲ ਵੀ ਹੈ, ਮੇਲ ਫੀਮੇਲ ਕਰਕੇ ਵੀ ਹੈ, ਤੇ ਉਹਨਾਂ ਦੀ ਸਿਹਤ ਕਰਕੇ ਵੀ, ਮਤਲਬ ਆਪਾਂ ਡਿਫਰੈਂਟ ਆਪਣੇ ਵੱਲੋਂ ਯੂਨਿਟਸ ਤੁਸੀਂ ਕਹਿ ਸਕਦੇ ਹੋ ਡਿਵੀਜ਼ਨਸ ਕੀਤੀਆਂ, ਤੇ ਉਹਦੇ ਕਰਕੇ ਆਪਾਂ ਗਾਂ ਡਿਵਾਈਡ ਕੀਤੀ ਹੈ। ਬਟ ਮੋਸਟਲੀ ਜਿਹੜਾ ਮੇਲ ਵਾਲਾ ਉਹ ਇੱਕੋ ਹੀ ਹੈ, ਬਾਕੀ ਸਾਰੀ ਮੋਸਟਲੀ ਫੀਮੇਲ ਗਾਵਾਂ ਨੇ ਤੇ ਮੋਸਟਲੀ ਬਜ਼ੁਰਗ ਨੇ। ਇੱਥੇ ਇਹ ਗਾਵਾਂ ਦਾ ਇੱਕ ਬਿਮਾਰ ਪਸ਼ੂਆਂ ਦਾ ਹਾਤਾ ਕਿਹਾ ਗਿਆ, ਇਹ ਅਸੀਂ ਇਹਨੂੰ ਆਪਣੇ ਵੱਲੋਂ ਇਨਫਰਮਰੀ ਕਹਿ ਦਿੰਦੇ ਆ, ICU ਕਹਿ ਦਿੰਦੇ ਆ। ਜਿਹੜੀ ਗਾਂ ਬਿਲਕੁਲ ਜ਼ਿਆਦਾ ਦਿੱਕਤ 'ਚ ਹੈ, ਜਿਹਨੂੰ ਇੰਟੈਂਸ ਕੇਅਰ ਦੀ ਲੋੜ ਹੈ, ਉਹ ਗਾਂ ਇੱਥੇ ਰੱਖੀ ਜਾਂਦੀ ਹੈ ਜਦੋਂ ਤੱਕ ਉਹਦੀ ਲੋੜ ਹੋਵੇ। ਇਹ ਗਾਂ ਜਿਹੜੀ ਅਸੀਂ ਦੇਖ ਰਹੇ ਹਾਂ, ਜਿਹੜੇ ਲਾਲ ਕਲਰ ਦਾ ਕੱਪੜਾ ਜਿਹਦੇ ਤੇ, ਇਹ ਕੀ ਹੈ ਜੀ? ਦੇਖੋ ਮੈਂ ਬੇਸਿਕ ਚੀਜ਼ ਦੱਸਾਂ, ਇਹ ਗਾਂ ਐਕਸੀਡੈਂਟ ਤੋਂ ਆਈ ਹੈ। ਹੁਣ ਸਾਨੂੰ ਇਸ਼ੂ ਪਤਾ ਕਿੱਥੇ ਆਉਂਦਾ, ਗਾਂ ਜਿਹੜੀ ਵੀ ਸਾਡੇ ਕੋਲ ਆ ਰਹੀ ਐਕਸੀਡੈਂਟ ਤੋਂ ਬਾਅਦ ਵੀ ਉਹਦੀ ਇਮਿਊਨਿਟੀ ਨਹੀਂ ਹੁੰਦੀ, ਕਿਉਂਕਿ ਸਟਮਕ ਦੇ ਵਿੱਚ ਉਹਦੇ ਬਹੁਤ ਜ਼ਿਆਦਾ ਪਲਾਸਟਿਕ ਹੈ। ਉਹਨੇ ਕੂੜਾ ਖਾਧਾ ਗਿਆ। ਗਾਂ ਜਦੋਂ ਉਹਨੂੰ ਡੇਅਰੀ ਫਾਰਮ ਤੋਂ ਕੱਢਿਆ ਜਾਂਦਾ, ਉਹਨੂੰ ਜਿੱਥੇ ਵੀ ਖਾਣੇ ਦੀ ਸਮੈਲ ਆਉਂਦੀ ਹੈ ਨਾ, ਉਹ ਗਾਂ ਉਸ ਚੀਜ਼ ਨੂੰ ਖਾਣਾ ਸ਼ੁਰੂ ਕਰ ਦਿੰਦੀ। ਉਹਨੂੰ ਪਲਾਸਟਿਕ ਦੀ ਮੂਵਮੈਂਟ ਦੇਖਨੇ ਆ ਕਿ ਕੂੜੇ ਦੇ ਵਿੱਚ ਗਾਂ ਮੂੰਹ ਮਾਰਦੀ ਹੈ। ਉਹਨੂੰ ਪਲਾਸਟਿਕ ਦੀ ਬਹੁਤੀ ਸਮਝ ਨਹੀਂ ਹੈਗੀ, ਤੇ ਪਲਾਸਟਿਕ ਡਾਈਜੈਸਟ ਨਹੀਂ ਹੁੰਦਾ, ਉਹ ਵਿੱਚ ਹੀ ਰਹਿ ਜਾਂਦਾ। ਇਹ ਸਾਰਾ ਮਿਥ ਹੈ, ਅਫਵਾਹ ਹੈ ਕਿ ਉਹ ਪਲਾਸਟਿਕ ਨਿਕਲ ਜਾਂਦਾ ਹੈ, ਜਾਂ ਉਹਨੂੰ ਘਿਓ ਪਿਲਾਓ ਜਾਂ ਤੇਲ ਪਿਲਾਓ ਨਿਕਲ ਜਾਂਦਾ, ਇਹੋ ਜਿਹਾ ਕੁਝ ਨਹੀਂ ਹੈਗਾ। ਉਹ ਗਾਂ ਦੇ ਵਿੱਚ ਹੀ ਰਹਿਣ ਵਾਲਾ ਹੈ ਫॉर ਐਜ਼ ਲੌਂਗ ਐਜ਼ ਦ ਕਾਊ ਇਜ਼ ਅਲਾਈਵ।
ਜਿੰਨੀ ਦੇਰ ਤੱਕ ਉਹ ਗਾ ਜਾਂਦਾ ਪਲਾਸਟਿਕ ਉਹਦੇ ਵਿੱਚ ਹੀ ਰਹੇਗਾ। ਤਾਂ ਹੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਹੈਗਾ ਕਿ ਜਿਹਦੇ ਸਟਮਕ 'ਚ ਇੰਨਾ ਜ਼ਿਆਦਾ ਪਲਾਸਟਿਕ ਹੈ, ਰੱਸੇ ਹੈ, ਬੋਰੇ ਹੈ, ਉਹਦੇ ਵੈਸੇ ਹੀ ਖਾਣਾ ਘੱਟ ਖਾਂਦੀ ਹੈ, ਉਹਦੇ ਕਰਕੇ ਇਹਨਾਂ ਦੀ ਇਮਿਊਨਿਟੀ ਬਹੁਤ ਡਾਊਨ ਰਹਿੰਦੀ ਜੀ। ਤਾਂ ਸਰ ਇੱਕ ਸਵਾਲ ਹੈ ਕਿ ਆਖਿਰਕਾਰ ਇਹਨਾਂ ਚੀਜ਼ਾਂ ਵਾਸਤੇ ਸਮਾਂ ਵੀ ਬਹੁਤ ਦੇਣਾ ਪੈਂਦਾ, ਤੇ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਸਾਰਾ? ਨਹੀਂ, ਮੈਂ ਸਮਝਦਾ ਟੀਮ ਚੰਗੀ ਹੋਣੀ ਚਾਹੀਦੀ ਜੀ। ਜੇ ਟੀਮ ਚੰਗੀ, ਸਾਡੇ ਕੋਲ ਮੋਹਿਤ ਜੀ ਹੈਗੇ, ਸਾਡੇ ਕੋਲ ਡਾਕਟਰ ਸਾਹਿਬ ਹੈਗੇ, ਸਾਡੇ ਕੋਲ ਇੱਥੇ 13 ਸੇਵਾਦਾਰ ਨੇ। ਅਸੀਂ ਸੇਵਾਦਾਰ ਨੂੰ ਵੀ ਐਜ਼ ਅ ਫੈਮਿਲੀ ਰੱਖਦੇ ਹਾਂ। ਆਮ ਗਊਸ਼ਾਲਾ ਤੋਂ ਜ਼ਿਆਦਾ ਹੀ ਉਹਨਾਂ ਨੂੰ ਵੀ ਤਨਖਾਹ ਦੇ ਰਹੇ ਹਾਂ ਕਿ ਇੱਕ ਬੰਦਾ ਘਰੋਂ ਚੰਗਾ ਹੋਣਾ ਚਾਹੀਦਾ। ਉਹਨਾਂ ਦੀ ਕੋਈ ਪਰਸਨਲ ਨੀਡ ਵੀ ਹੈ, ਅਸੀਂ ਸਾਰਿਆਂ ਨੂੰ ਫੁੱਲਫਿਲ ਕਰਦੇ ਹਾਂ। ਅਤੇ ਮੈਂ ਹਮੇਸ਼ਾ ਟੀਮ ਵਰਕ, ਚੰਗੇ ਲੋਕਾਂ 'ਚ ਮੈਂ ਵਿਸ਼ਵਾਸ ਕੀਤਾ। ਜਿੰਨੇ ਮੈਕਸਿਮਮ ਲੋਕ ਸਾਡੇ ਨਾਲ ਜੁੜਨਾ ਚਾਹਣ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਬੜੀ ਵਧੀਆ ਸ਼ੇਅਰ ਕਰਦਾ, ਇਕੱਲੀ ਗਊਸ਼ਾਲਾ ਜਿੱਥੇ ਕੋਈ ਕਮੇਟੀ ਨਹੀਂ ਹੈਗੀ, ਕੋਈ ਪ੍ਰੈਜ਼ੀਡੈਂਟ ਨਹੀਂ ਹੈਗਾ, ਕੋਈ ਚੇਅਰਮੈਨ ਨਹੀਂ ਹੈਗਾ, ਇੱਕ ਵੀ ਮੈਂਬਰ ਨਹੀਂ ਹੈਗਾ, ਮੈਂ ਆਪ ਮੈਂਬਰ ਨਹੀਂ ਹੈਗਾ। ਅੱਛਾ ਜੀ। ਤੇ ਕੋਈ ਵੀ ਇੱਕ ਸੇਵਾਦਾਰ ਦੇ ਤੌਰ ਤੇ ਜੁੜਨਾ ਚਾਹੁੰਦਾ, ਮੋਸਟ ਵੈਲਕਮ। ਜਿੰਨੀ ਸੇਵਾ ਆ ਕੇ ਕਰਨਾ ਚਾਹੁੰਦੇ, ਜੋ ਤੁਹਾਨੂੰ ਲੱਗਦਾ ਇੱਥੇ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਹੈ, ਤੁਸੀਂ ਆ ਕੇ ਪੂਰੀ ਕਰੋ। ਕਿਸੇ ਤੋਂ ਲੈ ਕੇ ਆ ਕੇ ਦਿਓ। ਵੀ ਆਰ ਵੈਰੀ ਓਪਨ। ਤੁਸੀਂ ਦਿਨ ਦੇ ਵਿੱਚ ਕਦੀ ਵੀ ਆ ਸਕਦੇ ਹੋ, ਤੁਸੀਂ ਰਾਤ ਦੇ ਵਿੱਚ ਕਦੀ ਵੀ ਆ ਸਕਦੇ ਹੋ, ਸਾਡੇ ਗੇਟ ਖੁੱਲੇ ਹੁੰਦੇ ਆ। ਤਾਂ ਇੱਕ ਸੇਵਾ ਦਾ ਮਨ ਕਿਵੇਂ ਆਇਆ, ਕਿਵੇਂ ਸਟਾਰਟ ਕਿਵੇਂ ਹੋਇਆ, ਸਫ਼ਰ ਕਿਵੇਂ ਸ਼ੁਰੂ ਹੋਇਆ? ਇਹ ਬੇਸਿਕਲੀ ਜਿਹੜੀ ਟਰਸਟ ਹੈ, ਕਾਮਧੇਨੂ ਗਊਧਾਮ ਟਰਸਟ, ਇਹ ਸਾਡੇ ਗੁਰੂ ਨੇ ਮੈਤਰੇय ਦਾਦਾ ਸ਼੍ਰੀ ਜੀ, ਫਾਊਂਡਰ ਵੀ ਉਹੀ ਨੇ। ਤੇ ਮੈਂ ਤਕਰੀਬਨ 10 ਸਾਲਾਂ ਤੋਂ ਉਹਨਾਂ ਨੂੰ ਜਾਣਦਾ। ਮੈਂ ਉਹਨਾਂ ਦਾ ਡਿਵੋਟੀ ਵੀ ਹਾਂ, ਉਹਨਾਂ ਦਾ ਭਗਤ ਵੀ ਹਾਂ। ਤੇ ਉਹਨਾਂ ਨੇ ਸ਼ੇਅਰ ਕੀਤਾ ਹੈਗਾ ਕਿ ਇਹੋ ਜਿਹਾ ਕੋਈ ਕੰਮ ਹੋਣਾ ਚਾਹੀਦਾ ਜਿਹੜਾ ਕਿਤੇ ਨਹੀਂ ਹੋ ਰਿਹਾ। ਉਹਨਾਂ ਦੀ ਬਹੁਤ ਜ਼ਿਆਦਾ ਐਕਟੀਵਿਟੀਜ਼ ਅਦਰਵਾਈਜ਼ ਵੀ ਚੱਲਦੀਆਂ। ਸਕੂਲ ਵੀ ਇੱਕ ਫ੍ਰੀ ਚਲਾ ਰਹੇ ਹਾਂ ਬੱਚਿਆਂ ਵਾਸਤੇ। ਸਕੂਲ ਦਾ ਨਾਮ ਹੈ ਸਨੇਹ ਸੰਸਕਾਰ ਗੁਰੂਕੁਲ। ਅਸੀਂ ਇੱਕ ਬਿਰਧ ਆਸ਼ਰਮ ਵੀ ਚਲਾ ਰਹੇ ਹਾਂ, ਉਹਦਾ ਨਾਮ ਹੈ ਸਰਬ ਆਸਰਾ। ਤੇ ਇੱਕ ਇਹ ਚੀਜ਼ ਗਾਵਾਂ ਵਾਸਤੇ ਜਿਹੜੀ ਮਿਸਿੰਗ ਸੀਗੀ, ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਟੀਚਾ ਇਹ ਵੀ ਹੈ ਕਿ ਇਹ ਮਤਲਬ ਇੱਕ ਸ਼ੈੱਡ ਬਣਾਇਆ ਤੇ ਇਸ ਤਰ੍ਹਾਂ ਆਪਾਂ ਖਤਮ ਨਹੀਂ ਹੋਣਾ। ਸ਼ਹਿਰ ਦੇ ਵਿੱਚ ਜਿੰਨੀ ਵੀ ਗਾਵਾਂ ਹੈ, ਅਸੀਂ ਇਹ ਵੀ ਅਵੇਅਰਨੈਸ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਡੇਅਰੀ ਫਾਰਮਰ ਜਿਹੜੇ ਨੇ ਉਹਨਾਂ ਨੂੰ ਇੰਨੇ ਪੈਸੇ ਬਚਣ ਕਿ ਕਿਸੇ ਨਾ ਕਿਸੇ ਤਰੀਕੇ ਉਹ ਗਾਂ ਬਾਹਰ ਨਹੀਂ ਜਾਣੀ ਚਾਹੀਦੀ ਫॉर ਐਜ਼ ਲੌਂਗ ਐਜ਼ ਦ ਕਾਊ ਇਜ਼ ਲਾਈਵ। ਜਾਂ ਇੰਨੀ ਗਊਸ਼ਾਲਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਗਾਂ ਸੜਕ ਤੱਕ ਨਾ ਪਹੁੰਚੇ। ਜਦੋਂ ਬਜ਼ੁਰਗ ਹੋ ਜਾਂਦੀ ਹੈ, ਜਿਸ ਤਰ੍ਹਾਂ ਹੀ ਲੋਕਾਂ ਵਾਸਤੇ ਬਿਰਧ ਆਸ਼ਰਮ ਬਣਾਏ ਹੈ, ਗਾਵਾਂ ਵਾਸਤੇ ਵੀ ਬਿਰਧ ਆਸ਼ਰਮ ਹੋਣੇ ਚਾਹੀਦੇ ਹੈ। ਮੈਂ ਇਨਫੈਕਟ ਕਹਾਂਗਾ ਕੋਈ ਵੀ ਜਾਨਵਰ ਸ਼ਹਿਰ ਦੇ ਵਿੱਚ ਹੈਗਾ ਜਿਹੜਾ ਸੜਕ ਤੇ ਰੁਲ ਰਿਹਾ, ਉਹਨਾਂ ਵਾਸਤੇ ਇੱਕ ਪਲੇਸ ਹੋਣੀ ਚਾਹੀਦੀ ਹੈ। ਜੇ ਇਨਸਾਨਾਂ ਨੂੰ ਜਾਂ ਥਾਂ ਚਾਹੀਦੀ ਹੈ ਤੇ ਕੋਈ ਵੀ ਜਾਨਵਰ ਨੂੰ ਉਨੀ ਇਕੁਅਲੀ ਇੰਪੋਰਟੈਂਟ ਥਾਂ ਚਾਹੀਦੀ ਹੈ ਜੀ। ਬਿਲਕੁਲ। ਤੁਸੀਂ ਦੇਖੋ ਕਿ ਇਹ 2 ਵਾੜੇ ਬਣਾਏ ਗਏ ਨੇ, ਇਹ ਮੇਲ ਵਾੜਾ ਹੈ ਤੇ ਇਹ ਫੀਮੇਲ ਵਾੜਾ ਹੈ, ਤੇ ਇਹਦੇ ਵਿੱਚ ਜਿਹੜਾ ਨੇ ਉਹ ਸਾਰੇ ਜਿਹੜੇ ਰੱਖੇ ਗਏ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਬਕਾਇਦਾ ਤੌਰ ਦੇ ਉੱਤੇ ਇੱਥੇ ਵਿਸ਼ੇਸ਼ ਇਹਨਾਂ ਵਾਸਤੇ ਜਿਹੜੇ ਇੰਤਜ਼ਾਮਾਤ ਇੱਥੇ ਕੀਤੇ ਗਏ ਨੇ। ਤਾਂ ਭਾਈ ਡਾਈਟ ਫਿਰ ਕਿਵੇਂ ਮੈਨੇਜ ਕਰਦੇ ਹੋ, ਕੀ ਹੈ ਕੀ ਡਾਈਟ? ਦੇਖੋ, ਗਾਂ ਨੂੰ ਨਾ ਮੇਨ 2 ਚੀਜ਼ਾਂ ਚਾਹੀਦੀਆਂ ਹੁੰਦੀਆਂ, ਵੈਸੇ ਤੇ 3 ਨੇ। ਇੱਕ ਨਮਕ ਵੀ ਹੈ ਬੜਾ ਜ਼ਿਆਦਾ ਜ਼ਰੂਰੀ, ਕਿਉਂਕਿ ਨਮਕ ਦੇ ਵਿੱਚ ਆਇਓਡੀਨ ਰਿਕੁਆਇਰਡ ਹੁੰਦਾ। ਜਿਸ ਤਰ੍ਹਾਂ ਸਾਨੂੰ ਚਾਹੀਦਾ ਉਹ ਗਾਵਾਂ ਨੂੰ ਵੀ ਚਾਹੀਦਾ। ਨਮਕ ਦੇ ਆਪਾਂ ਵੱਡੇ ਬਲੌਕਸ ਲੈ ਕੇ ਉੱਥੇ ਰੱਖੇ। ਇਹ ਯੂਜੂਲੀ ਸਾਨੂੰ ਕਦੀ ਪਰਚੇਸ ਕਰਨੇ ਨਹੀਂ ਪਏ, ਲੋਕ ਸਾਨੂੰ ਇਨ ਡੋਨੇਸ਼ਨ ਦੇ ਜਾਂਦੇ ਆ। ਜਿਹੜੀ ਮੇਨ 2 ਚੀਜ਼ਾਂ ਅਸੀਂ ਪਰਚੇਸ ਕਰਨਾ, ਇੱਕ ਹੈਗੀ ਹੈ ਪਰਾਲੀ। ਇਹ ਰਾਈਸ ਦੇ ਪੈਡੀ ਤੋਂ ਬਾਅਦ ਨਿਕਲਦੀ ਹੈ ਤੇ ਇਸ ਤੋਂ ਬਾਅਦ ਹੁਣ ਅਪ੍ਰੈਲ ਦੇ ਵਿੱਚ ਸੀਜ਼ਨ ਆ ਜਾਏਗਾ ਤੂੜੀ ਦਾ, ਜਿਹੜੀ ਵੀਟ ਦੀ ਹਾਰਵੈਸਟ ਤੋਂ ਬਾਅਦ ਨਿਕਲਦੀ ਹੈ। ਤੇ ਇਸ ਵੇਲੇ ਆਪਾਂ ਪਰਾਲੀ ਸਟੋਰ ਕਰ ਲਿਆ। ਜਿਹੜਾ ਸੀਜ਼ਨ ਆਵੇ, ਜਿੰਨੀ ਸਾਡੇ ਤੋਂ ਸ਼ਮਤਾ ਹੁੰਦੀ ਹੈ, ਸਾਡੇ ਕੋਲ ਜੇ ਤੁਸੀਂ ਸ਼ੈੱਡ ਦੇਖੋਗੇ ਤੇ ਠੀਕ ਹੈ, ਸਾਈਜ਼ ਇਹਦਾ ਠੀਕ ਹੈ। ਅਸੀਂ ਜਿੰਨੀ ਸਾਡੀ ਸ਼ਮਤਾ, ਅਸੀਂ ਇਹ ਡਰਾਈ ਮੈਟਰ ਜਾਂ ਇਹਨੂੰ ਤੁਸੀਂ ਪਰਾਲੀ ਕਹਿ ਲਓ, ਆਪਾਂ ਇਹਨੂੰ ਸਟੋਰ ਕਰ ਲੈਣਾ। ਇਸ ਤੋਂ ਇਲਾਵਾ ਸਾਨੂੰ ਪੱਠੇ ਰੋਜ਼ ਡੇਲੀ ਬੇਸਿਸ ਤੇ ਪਰਚੇਸ ਕਰਨੇ ਪੈਂਦੇ। ਪੱਠੇ ਜਿਹਨੂੰ ਤੁਸੀਂ ਹਰਾ ਚਾਰਾ ਕਹਿ ਦਿੰਦੇ ਹੋ। ਹੁਣ ਤੁਸੀਂ ਆਮ ਕਿਸੇ ਗਊਸ਼ਾਲਾ ਜਾਓਗੇ ਨਾ, ਉੱਥੇ ਤੁਹਾਨੂੰ ਕਦੀ ਸ਼ੈੱਡ ਹੀ ਨਹੀਂ ਮਿਲਦਾ। ਉਹ ਸ਼ੈੱਡ ਨਾ ਮਿਲਣ ਕਰਕੇ ਇਹ ਡਰਾਈ ਮੈਟਰ ਉਹ ਸਟੋਰ ਨਹੀਂ ਕਰ ਪਾਉਂਦੇ ਤੇ ਗਾਵਾਂ ਨੂੰ ਸਿਰਫ ਪੱਠੇ ਪਾਉਂਦੇ। ਹੁਣ ਇਹ ਤੂੜੀ ਹੈ ਜਾਂ ਪਰਾਲੀ ਹੈ, ਇਹ ਪੱਠਿਆਂ ਤੋਂ ਮਹਿੰਗੀ ਵੀ ਹੈ। ਇੱਕ ਜੇ ਤੁਸੀਂ ਇੱਕ ਟਾਈਮ ਇਹ ਵੀ ਆਉਂਦਾ ਹੈ ਕਿ ਪੱਠਿਆਂ ਤੋਂ ਆਲਮੋਸਟ 3 ਗੁਣਾ ਜਾਂ 4 ਗੁਣਾ ਰੇਟ ਤੇ ਵੀ ਪਹੁੰਚ ਜਾਂਦੀ ਹੈ ਜੇ ਤੁਸੀਂ ਇਹਨੂੰ ਟਾਈਮ ਸਿਰ ਨਾ ਪਰਚੇਸ ਕੀਤਾ ਜਾਏ। ਤੇ ਇਸ ਕਰਕੇ ਬਹੁਤ ਲੋਕ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਵੀ ਅਵੋਇਡ ਕਰਦੇ ਇਹਨੂੰ ਪਾਣਾ। ਲੇਕਿਨ ਗਾਂ ਦਾ ਐਕਚੁਅਲ ਢਿੱਡ ਇਹਦੇ ਕਰਕੇ ਭਰਦਾ। ਜੇ ਤੁਸੀਂ ਪੰਡਿਤ ਕੋਲ ਵੀ ਜਾਓਗੇ, ਉਹ ਕਹੇਗਾ ਹਰਾ ਚਾਰਾ ਪਾਓ, ਹਰਾ ਚਾਰਾ ਪਾਓ। ਉਹਦੇ ਕਰਕੇ ਆਮ ਲੋਕ ਅੰਧਾ ਧੁੰਦ ਹਰਾ ਚਾਰਾ ਪਾਈ ਜਾਂਦੇ। ਉਹਦੇ ਕਰਕੇ ਹੁੰਦਾ ਕੀ ਹੈ, ਉਹਦੇ ਵੈਟ ਮੈਟਰ ਇੰਨਾ ਜ਼ਿਆਦਾ ਹੈ ਕਿ ਗਾਂ ਨੂੰ ਡਾਇਰੀਆ ਲੱਗ ਜਾਂਦਾ, ਉਹਦਾ ਸਟਮਕ ਠੀਕ ਨਹੀਂ ਰਹਿੰਦਾ, ਉਹਨੂੰ ਡਾਈਜੈਸ਼ਨ ਠੀਕ ਨਹੀਂ ਰਹਿੰਦੀ। ਇਹ ਖਾਣਾ ਵਿੱਚ ਐਡ ਹੋਣਾ ਇਕੁਅਲੀ ਇੰਪੋਰਟੈਂਟ ਹੈ। ਨਮਕ ਵੀ ਇਕੁਅਲੀ ਇੰਪੋਰਟੈਂਟ ਹੈ, ਜਿਹੜਾ ਕਿ ਨਾਰਮਲੀ ਲੋਕ ਮਿਸ ਆਊਟ ਕਰ ਜਾਂਦੇ। ਕੀ ਤੁਹਾਡਾ ਮਤਲਬ ਗੋਲ ਕੀ ਹੈ ਲਾਈਫ ਦਾ, ਜ਼ਿੰਦਗੀ ਦਾ, ਗਾਵਾਂ ਪ੍ਰਤੀ ਅਗਰ ਗੱਲ ਕਰੀਏ? ਹੋਰ ਵੀ ਗਾਵਾਂ ਦੀ ਸੇਵਾ ਕਰੋਗੇ ਕਿ ਇੱਥੇ ਹੀ ਇਸ ਨੂੰ ਜਰਾ ਸਮੇਟਣਾ? ਨਹੀਂ, ਇਹ ਤੇ ਸ਼ੁਰੂ ਹੋਇਆ ਜੀ। ਅਸੀਂ ਇੱਕ ਗਊਸ਼ਾਲਾ ਆਲਰੇਡੀ ਚਲਾ ਰਹੇ ਹਾਂ, ਮਹਾਰਾਸ਼ਟਰ ਦੇ ਵਿੱਚ ਚਲਾ ਰਹੇ ਹਾਂ। ਉੱਥੇ ਤਕਰੀਬਨ 125 ਗਾਵਾਂ ਉੱਥੇ ਹੈਗੀਆਂ। ਰਾਏਗੜ੍ਹ ਵੀ ਸਾਡੀ ਕਿਸੇ ਨਾਲ ਗੱਲ ਚੱਲ ਰਹੀ ਹੈ, ਉਹ ਕੋਈ ਸਾਨੂੰ ਜ਼ਮੀਨ ਡੋਨੇਟ ਕਰ ਰਿਹਾ। ਜੇ ਉੱਥੇ ਵੀ ਜ਼ਮੀਨ ਡੋਨੇਟ ਹੁੰਦੀ ਹੈ ਤੇ ਅਸੀਂ ਕਰਾਂਗੇ। ਇੱਕ ਸਹੀ ਕਾਰਪੋਰੇਸ਼ਨ ਸਾਨੂੰ ਹੈਲਪ ਕਰ ਰਹੀ ਹੈ ਆਲਰੇਡੀ। ਇੱਕ ਗਊਸ਼ਾਲਾ ਉਹ ਨਵੀਂ ਬਣਾ ਰਹੀ ਹੈ, ਜਿੱਥੇ ਉਹਨਾਂ ਨੇ ਸਾਨੂੰ ਆਲਰੇਡੀ ਕਹਿਤਾ ਕਿ ਤੁਹਾਨੂੰ ਹੀ ਹੈਂਡਓਵਰ ਕਰਾਂਗੇ, ਬਿਕੋਜ਼ ਸਾਡੇ ਕੰਮ ਤੋਂ ਖੁਸ਼ ਨੇ। ਇੱਕ ਸ਼ਹਿਰ ਦੇ ਵਿੱਚ ਵੀ ਕੋਈ ਹੈਗੇ ਜਿਹੜੇ ਗਊਸ਼ਾਲਾ ਛੱਡਣਾ ਚਾਹੁੰਦੇ ਜਾਂ ਉਹ ਚਾਹੁੰਦੇ ਕਿ ਤੁਸੀਂ ਇਹਨੂੰ ਟੇਕ ਓਵਰ ਕਰ ਲਓ, ਸਾਡੇ ਤੋਂ ਫਾਈਨੈਂਸ਼ੀਅਲੀ ਪੂਰਾ ਨਹੀਂ ਹੋ ਰਿਹਾ, ਤੇ
ਉਸੇ ਵੀ ਇਹਨੂੰ ਟੇਕ ਅਪ ਕਰਾਂਗੇ। ਭਾਜੀ ਪਰ ਇਹ ਇਸ ਚੀਜ਼ ਦਾ ਬੈਨੀਫਿਟ ਕਿੰਨਾ ਕੁ ਹੈ ਕਿ ਅਗਰ ਸੜਕਾਂ ਤੇ ਐਕਸੀਡੈਂਟ ਤੋਂ ਵੀ ਬਚਾਅ ਹੁੰਦਾ? ਦੇਖੋ ਇਹ ਆਮ, ਮੈਂ ਗੂਗਲ ਤੇ ਇੱਕ ਵਾਰੀ ਪੜਿਆ 25 ਅਵਾਰਾ ਗਾਵਾਂ ਪਿੱਛੇ ਇੱਕ ਐਕਸੀਡੈਂਟ ਇਹੋ ਜਿਹਾ ਹੁੰਦਾ ਜਿਹਦੇ ਜਾਂ ਇਨਸਾਨ ਦੀ ਮੌਤ ਹੋ ਜਾਂਦੀ ਜਾਂ ਇਨਸਾਨ ਨੂੰ ਸੱਟਾਂ ਬਹੁਤ ਲੱਗਦੀਆਂ, ਗਾਂ ਤੇ ਯੂਜੂਅਲੀ ਮਰ ਜਾਂਦੀ। ਕਿਉਂਕਿ ਸਾਡੇ ਕੋਲ ਜਿਹੜੇ ਕੇਸਿਸ ਆਉਂਦੇ ਆ ਇੰਨੇ ਸਿਵੀਅਰ ਆਉਂਦੇ, ਗਾਂ ਨੂੰ ਸੱਟ ਲੱਗਦੀ, ਉਹ ਬਹਿ ਜਾਂਦੀ ਹੈ, ਜਦੋਂ ਤੱਕ ਉਹਨੂੰ ਕੋਈ ਰੈਸਕਿਊ ਕਰਨ ਪਹੁੰਚਦਾ ਉਦੋਂ ਤੱਕ ਕੁੱਤੇ ਹੀ ਉਹਨਾਂ ਨੂੰ ਖਾ ਜਾਂਦੇ ਜਾਂ ਕੁੱਤੇ ਗਾਂ ਨੂੰ ਮਾਰ ਜਾਂਦੇ ਆ। ਤੇ 25 ਗਾਵਾਂ ਪਿੱਛੇ ਮੈਂ ਜੇ ਤੁਹਾਨੂੰ ਇਹ ਐਸਟੀਮੇਟ ਲਾਵਾਂ, ਅਸੀਂ ਅੱਜ ਤੱਕ 1 ਸਾਲ ਦੇ ਟੈਨਿਓਰ ਦੇ ਵਿੱਚ ਮੋਰ ਦੈਨ 1000 ਕਾਊਜ਼ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ। ਜੇ ਇਹ ਤੁਸੀਂ ਰੈਸਕਿਊ ਦੀ ਇਹੀ ਚੀਜ਼ ਲਓ ਤੇ 40 ਇਨਸਾਨਾਂ ਦੀ ਜਾਨਾਂ ਬਚ ਚੁੱਕੀ ਇਹਦੇ ਕਰਕੇ। ਜਿਹੜੀ ਜਾਨ ਜਿਹਦੀ ਬਚ ਗਈ, ਜਿਹਦੇ ਨਾਲ ਐਕਸੀਡੈਂਟ ਹੋਇਆ ਨਹੀਂ, ਉਹਨੂੰ ਇਹ ਚੀਜ਼ ਦਾ ਮਹਿਸੂਸ ਨਹੀਂ ਹੁੰਦਾ, ਉਹ ਅੱਗੇ ਕਦੀ ਇਹਦੇ ਚੀਜ਼ ਦੇ ਵਿੱਚ ਅੱਗੇ ਵੀ ਨਹੀਂ ਆ ਪਾਉਂਦਾ। ਸ਼ੁਕਰੀਆ ਜੀ ਬਹੁਤ ਬਹੁਤ ਸਮਾਂ ਦੇਣ ਵਾਸਤੇ, ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਆਪਣੀ ਸਮਾਜ ਸੇਵਾ ਜਾਰੀ ਰੱਖੋ, ਕਿਉਂਕਿ ਸਮਾਜ ਸੇਵਾ ਇਕੱਲੀ ਲੰਗਰ ਲਗਾਉਣ ਦੇ ਨਾਲ ਨਹੀਂ ਹੁੰਦੀ, ਲੇਕਿਨ ਸਮਾਜ ਸੇਵਾ 'ਚ ਉਹ ਹੈ ਕਿ ਅਸੀਂ ਇਹਨਾਂ ਬੇਜ਼ੁਬਾਨ ਜਾਨਵਰਾਂ ਵਾਸਤੇ ਕੁਝ ਕਰੀਏ। ਖਾਸ ਕਰਕੇ ਗਾਵਾਂ ਨੇ ਤਾਂ ਧਾਰਮਿਕ ਦ੍ਰਿਸ਼ਟੀ ਨਾਲ ਵੀ ਕਹੀਏ ਜਾਈਏ ਤੇ ਬੜੀ ਇੰਪੋਰਟੈਂਸ ਹੈ ਸਾਡੇ ਸਮਾਜ ਦੇ ਵਿੱਚ। ਗਾਂ ਦੇ ਦੁੱਧ ਦੀ ਗੱਲ ਕਰੀਏ, ਲੇਕਿਨ ਇਹਨਾਂ ਬੇਜ਼ੁਬਾਨ ਜਾਨਵਰਾਂ ਵਾਸਤੇ ਇੱਕ ਮਸੀਹਾ ਦੇ ਤੌਰ ਦੇ ਉੱਤੇ ਇੱਕ ਵਿਅਕਤੀ ਸਾਹਮਣੇ ਆਇਆ ਹੈ ਤਾਂ ਲਗਾਤਾਰ ਕੰਮ ਕਰ ਰਹੇ ਨੇ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਗਾਵਾਂ ਨੂੰ ਉਹ ਬਚਾ ਸਕਣ ਔਰ ਇਨਸਾਨੀ ਜ਼ਿੰਦਗੀਆਂ ਨੂੰ ਇਸ ਨਾਲ ਬਚਾਇਆ ਜਾਵੇ, ਕਿਉਂਕਿ ਅਕਸਰ ਜਿਹੜੀਆਂ ਗਾਵਾਂ ਸੜਕੀ ਹਾਦਸੇ ਦਾ ਕਾਰਨ ਬਣਦੀਆਂ ਨੇ ਤਾਂ ਉਹ ਇੱਕ ਸੇਵਾ ਕਰ ਰਹੇ ਨੇ। ਤਾਂ ਉਹਨਾਂ ਨੇ ਕਿਹਾ ਕਿ ਲੋਕ ਅਗਰ ਆਉਣਾ ਚਾਹੁੰਦੇ ਨੇ, ਉਹਨਾਂ ਨਾਲ ਜੁੜਨਾ ਚਾਹੁੰਦੇ ਨੇ ਤਾਂ ਉਹ ਇੱਕ ਭਾਈ ਜੀ ਆਪਣਾ ਨੰਬਰ ਬੋਲ ਦਿਓ, ਤਾਂ ਕਿ ਜਿਹੜੇ ਕਈ ਵਾਰ ਲੋਕ ਨਾ ਹੁੰਦੇ ਤੇ ਨੰਬਰ ਤੁਸੀਂ ਬੋਲ ਦਿਓ ਜਿਹੜਾ ਕੋਈ ਗਾਂ ਅਡਾਪਟ ਕਰਨਾ ਚਾਹੇ ਜਾਂ ਕੋਈ ਤੁਹਾਡਾ ਟਰਸਟ ਦਾ ਕੋਈ ਨੰਬਰ। ਕਿਸੇ ਵੀ ਤਰੀਕੇ ਸਾਨੂੰ ਜੇ ਕੋਈ ਹੈਲਪ ਕਰਨਾ ਚਾਹੁੰਦਾ ਤੇ ਸਾਡਾ ਮੋਬਾਈਲ ਨੰਬਰ ਹੈ 9815251227। ਇਹ ਮੋਬਾਈਲ ਨੰਬਰ ਮੋਹਿਤ ਜੀ ਕੋਲ ਹੁੰਦਾ ਹੈ, ਆਲਵੇਜ਼ ਅਵੇਲੇਬਲ। ਦੁਬਾਰਾ ਬੋਲ ਦਿਓ ਜੀ ਨੰਬਰ। 9815251227। ਇਹਨੂੰ ਹਿੰਦੀ 'ਚ 9815251227। ਜੀ ਬਿਲਕੁਲ। ਤਾਂ ਤੁਸੀਂ ਦੇਖੋ ਕਿ ਇਹਨਾਂ ਵੱਲੋਂ ਨੰਬਰ ਜਾਰੀ ਕੀਤਾ, ਅਗਰ ਕੋਈ ਗਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਆ ਸਕਦਾ ਹੈ। ਤਾਂ ਇੱਕ ਵੱਖਰੀ ਔਰ ਚੰਗੀ ਸਮਾਜ ਸੇਵਾ ਦੀ ਅੱਜ ਤੁਹਾਨੂੰ ਇੱਕ ਅਸੀਂ ਮਿਸਾਲ ਦਿਖਾਈ ਕਿ ਕਿਸ ਤਰੀਕੇ ਨਾਲ ਇੱਥੇ ਸੇਵਾ ਕਰ ਰਹੇ ਨੇ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਟੀਚਾ ਹੈ ਕਿ ਹੋਰ ਗਾਵਾਂ ਨੂੰ ਬਚਾਇਆ ਜਾਵੇ ਤੇ ਗਾਵਾਂ ਦੇ ਨਾਲ ਨਾਲ ਇਨਸਾਨੀ ਜ਼ਿੰਦਗੀਆਂ ਨੂੰ ਵੀ ਬਚਾਇਆ ਜਾ ਸਕੇ। ਕੈਮਰਾਮੈਨ ਅਜਿਤ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।